ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਪੁਆਧੀ ਟੀਵੀ ਦੇਖ ਰਹੇ ਹੋ। ਮੈਂ ਹਾਂ ਧਨਵੰਤ ਸਿੰਘ ਘਮਾਣ ਤੇ ਲੈ ਕੇ ਹਾਜ਼ਰ ਹਾਂ ਅੱਜ ਇੱਕ ਨਵਾਂ ਮੁੱਦਾ। ਨਵਾਂ ਕੀ, ਵੈਸੇ ਤਾਂ ਸਮਾਜ ਦੇ ਵਿੱਚ ਚੱਲ ਹੀ ਰਿਹਾ ਅੱਜ ਕੱਲ੍ਹ ਬਹੁਤ ਜ਼ਿਆਦਾ ਭਖਿਆ ਹੋਇਆ, ਕਿਉਂਕਿ ਸਟੇਨ ਸਵਾਮੀ ਨੇ ਜਿਹੜੇ ਉਹਨਾਂ ਦੀ ਜੇਲ੍ਹ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਡੈਥ ਦਾ ਜਿਹੜਾ ਕਾਰਨ ਹੈ ਉਹ ਵੈਸੇ ਤਾਂ ਉਂਝ ਤਾਂ ਬਿਮਾਰੀ ਸੀ ਉਹਨਾਂ ਦੀ, ਕਿ ਬਿਮਾਰ ਹੋਣ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ, ਪਰ ਉਹ ਜੇਲ੍ਹ 'ਚ ਬੰਦ ਸੀ। ਉਹਨਾਂ ਨੂੰ ਸਮੇਂ ਸਿਰ ਜਿਹੜੀ ਕਿ ਬਿਮਾਰ ਹੋਣ ਦੇ ਬਾਵਜੂਦ ਵੀ ਪੈਰੋਲ ਨਹੀਂ ਦਿੱਤੀ ਗਈ, ਜਿਸ ਕਰਕੇ ਜਮਹੂਰੀਅਤ ਅਧਿਕਾਰਾਂ ਲਈ ਉਹ ਲੜਦੇ ਸੀ, ਉਹ ਹੱਕਾਂ ਲਈ ਲੜਦੇ ਸੀ, ਹੱਕਾਂ ਦੀ ਗੱਲ ਕਰਦੇ ਸੀ। ਤੇ ਬਾਕੀ ਉਹਨਾਂ ਤੋਂ ਬਾਅਦ ਜਿਹੜੇ ਕਿ ਉਹਨਾਂ ਦੇ ਪੈਰੋਕਾਰ ਲਗਾ ਲਓ, ਚਾਹੇ ਫਿਰ ਉਹਨਾਂ ਦੇ ਸਮਰਥਕ ਲਗਾ ਲਓ, ਜਿਹੜੇ ਕਹਿੰਦੇ ਨੇ ਕਿ ਜਮਹੂਰੀਅਤ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਟੇਨ ਸਵਾਮੀ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਦੀ ਭੇਟ ਚੜ੍ਹਨਾ ਪਿਆ। ਸਟੇਨ ਸਵਾਮੀ ਦੀ ਜਿਹੜੀ ਡੈਥ ਹੋਈ ਹੈ ਉਹਦੀ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੈ। ਸੋ ਇਹਨਾਂ ਗੱਲਾਂ ਤੇ ਅੱਜ ਚਰਚਾ ਕਰਾਂਗੇ। ਅਸਲ 'ਚ ਜਮਹੂਰੀਅਤ ਅਧਿਕਾਰ ਹੁੰਦੇ ਨੇ, ਉਹ ਹੁੰਦੇ ਕੀ ਨੇ? ਕਿਉਂਕਿ ਸਾਡੇ ਲੋਕਾਂ ਨੇ ਕਈ ਵਾਰੀ ਸੁਣਿਆ ਤਾਂ ਹੁੰਦਾ ਕਿ ਜਮਹੂਰੀਅਤ ਅਧਿਕਾਰਾਂ ਦੀ ਗੱਲ ਕਰਦੇ ਨੇ, ਪਰ ਉਹ ਕਿਹੜੇ ਅਧਿਕਾਰ ਨੇ ਤੇ ਹੁੰਦੇ ਕੀ ਨੇ? ਸਾਡੇ ਨਾਲ ਇਹਨਾਂ ਗੱਲਾਂ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਕ੍ਰਿਸ਼ਨ ਚੰਦ ਜੀ, ਜਿਹੜੇ ਕਿ ਜਮਹੂਰੀਅਤ ਅਧਿਕਾਰਾਂ ਦੀ ਹੁਣ ਤੱਕ ਲੜਾਈ ਲੜਦੇ ਆਏ ਨੇ ਤੇ ਅੱਗੇ ਵੀ ਇਸ ਲੜਾਈ ਨੂੰ ਜਿਹੜਾ ਕਿ ਬਰਕਰਾਰ ਰੱਖਣਾ ਚਾਹੁੰਦੇ ਨੇ, ਜਿਹਦੇ ਕਰਕੇ ਇਹ ਇੱਕ ਗੁਰਸ਼ਰਨ ਭਾਜੀ ਦੇ ਨਾਮ ਤੇ ਇੱਕ ਮਿਸ਼ਨ ਵੀ ਚਲਾ ਰਹੇ ਨੇ। ਸੋ ਸਭ ਤੋਂ ਪਹਿਲਾਂ ਕਰ ਲੈਂਦੇ ਹਾਂ ਸਵਾਗਤ ਕ੍ਰਿਸ਼ਨ ਚੰਦ ਜੀ ਦਾ। ਸਰ ਜੀ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ, ਤੁਸੀਂ ਮੈਨੂੰ ਇੱਥੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ। ਤੇ ਕ੍ਰਿਸ਼ਨ ਚੰਦ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਜਮਹੂਰੀਅਤ ਸ਼ਬਦ ਦਾ ਅਰਥ ਕੀ ਹੈ? ਮੈਂ ਜਿਵੇਂ ਜਮਹੂਰੀਅਤ ਦਾ ਮਤਲਬ ਸਮਝਦਾ ਜਾਂ ਸਾਡੇ ਸੰਵਿਧਾਨ ਦੇ ਵਿੱਚ ਵੀ ਦਰਜ ਹੈ ਜੀ, ਕਿ ਜਿਹੜਾ ਮਨੁੱਖ ਹੈ ਜੀ, ਉਸ ਨੂੰ ਜੀਣ ਦਾ ਹੱਕ ਹੈ ਜੀ, ਤੇ ਉਹਨੂੰ ਜੀਣ ਦੇ ਲਈ ਮੁੱਢਲੀਆਂ ਸਹੂਲਤਾਂ ਦੀ ਜ਼ਰੂਰਤ ਹੁੰਦੀ ਆ ਜੀ। ਤੇ ਜਦੋਂ ਉਹਦੀਆਂ ਇਹ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਮਨੁੱਖ ਦੇ ਮਨ 'ਚ ਆਉਂਦਾ ਕਿ ਉਹ ਸਮਾਜ ਨੂੰ, ਆਲੇ ਦੁਆਲੇ ਨੂੰ ਸਮਝੇ, ਜੀ, ਉਹ ਆਪਣੇ ਤਰੀਕੇ ਨਾਲ ਸਮਝੇ, ਜੀ, ਜੋ ਉਹਦੀ ਸੋਚ ਸਮਝ ਹੁੰਦੀ ਆ ਜੀ, ਤੇ ਉਸ ਨੂੰ ਜੇ ਦੂਸਰਿਆਂ ਨਾਲ ਸ਼ੇਅਰ ਵੀ ਕਰਨਾ ਚਾਹੁੰਦਾ ਜਾਂ ਦੂਸਰਿਆਂ ਨਾਲ ਗੱਲਬਾਤ ਰਾਹੀਂ ਆਪਣੀ ਗੱਲਬਾਤ ਕਰਨਾ ਚਾਹੁੰਦਾ ਜੀ, ਤਾਂ ਉਸ ਨੂੰ ਉਸ ਦਾ ਪੂਰਾ ਹੱਕ ਹੋਣਾ ਚਾਹੀਦਾ। ਜੀ, ਸਿਰਫ ਉਹਦੇ ਵਿੱਚ ਇੱਕੋ ਹੀ ਗੱਲ ਹੈ ਜੀ, ਕਿ ਉਹ ਕੋਈ ਹਿੰਸਾ ਪੈਦਾ ਨਾ ਕਰੇ ਜੀ, ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਨਾ ਭੜਕਾਏ। ਜੀ, ਉਹ ਆਪਣੀ ਜਿਹੜੀ ਹੈ ਰਹਿ ਹੈ ਜੀ, ਉਹਨੂੰ ਰੱਖਣ ਦਾ ਪੂਰਾ ਹੱਕ ਹੋਣਾ ਚਾਹੀਦਾ, ਦੂਸਰਿਆਂ ਨਾਲ ਸਾਂਝੀ ਕਰਨ ਦਾ ਪੂਰਾ ਹੱਕ ਹੋਣਾ ਚਾਹੀਦਾ। ਜੀ। ਤੇ ਵਿਅਕਤੀਗਤ ਰੂਪ 'ਚ ਜਾਂ ਸਮੂਹਿਕ ਰੂਪ ਦੇ ਵਿੱਚ ਉਹ ਉਸ ਨੂੰ ਸਮਾਜ ਵਿੱਚ ਰੱਖ ਸਕੇ ਜਮਹੂਰੀ ਤਰੀਕੇ ਨਾਲ, ਜਿਹਦੇ ਨਾਲ ਦੂਸਰੇ ਨੂੰ ਠੇਸ ਨਾ ਪਹੁੰਚੇ ਤੇ ਦੂਸਰੇ ਨੂੰ ਵੀ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦੇਵੇ। ਕ੍ਰਿਸ਼ਨ ਚੰਦ ਜੀ, ਹਾਲ ਹੀ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਮਸਲਾ ਕਿ ਜਿਹੜੇ ਸਟੇਨ ਸਵਾਮੀ ਜੀ ਨੇ, ਉਹਨਾਂ ਦੀ ਜੇਲ੍ਹ ਦੇ ਵਿੱਚ ਹੱਤਿਆ ਕਰਨ ਦਾ ਮਤਲਬ ਕਿ ਦੋਸ਼ ਆ ਜਿਹੜਾ ਉਹ ਲਗਾਇਆ ਜਾਂਦਾ ਹੈ ਜਮਹੂਰੀਅਤ ਅਧਿਕਾਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਵੱਲੋਂ, ਕਿਉਂਕਿ ਜਿਹੜੇ ਸਟੇਨ ਸਵਾਮੀ ਸੀ ਉਹ ਬਿਮਾਰ ਸੀ। ਉਹਨਾਂ ਨੂੰ ਬਿਮਾਰ ਹੋਣ ਦੇ ਕਰਕੇ ਵੀ ਜਿਹੜੀ ਕਿ ਜੇਲ੍ਹ ਤੋਂ ਪੈਰੋਲ ਨਹੀਂ ਦਿੱਤੀ ਗਈ। ਜੇ ਬਿਮਾਰ ਹੋਣ ਤੋਂ ਬਾਵਜੂਦ ਵੀ ਜਦੋਂ ਪੈਰੋਲ ਨਹੀਂ ਦਿੱਤੀ ਗਈ ਤਾਂ ਉਸ ਕਾਰਨ ਉਹਨਾਂ ਦੀ ਜਿਹੜੀ ਹੈ ਕਿ ਮੌਤ ਹੋ ਜਾਂਦੀ ਹੈ ਜੇਲ੍ਹ ਦੇ ਵਿੱਚ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ, ਸਟੇਨ ਸਵਾਮੀ ਬਾਰੇ ਮੈਂ ਉਹਨਾਂ ਨੂੰ ਵਿਅਕਤੀਗਤ ਰੂਪ 'ਚ ਕਦੀ ਨਹੀਂ ਮਿਲਿਆ ਜੀ, ਤੇ ਨਾ ਹੀ ਮੈਂ ਉਸ ਰੂਪ 'ਚ ਉਹਨਾਂ ਬਾਰੇ ਕੋਈ ਜਾਣਕਾਰੀ ਰੱਖਦਾ ਜੀ। ਪਰ ਜੋ ਮੈਂ ਸੁਣਿਆ ਜਾਂ ਅਖਬਾਰਾਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਪੜ੍ਹਿਆ ਜਾਂ ਸਮਝਿਆ, ਜੀ, ਸਟੇਨ ਸਵਾਮੀ ਇੱਕ ਇਹੋ ਜਿਹੇ ਵਿਅਕਤੀ ਸੀਗੇ, ਜੀ, ਇਹੋ ਜਿਹੇ ਵਿਅਕਤੀਤਵ ਦੇ ਬੰਦੇ ਸੀ ਜਿਹੜੇ ਟਰਾਈਬਲ ਏਰੀਆਜ਼ ਦੇ ਵਿੱਚ ਜੀ, ਲੋਕਾਂ ਦੀ ਜਿਹੜੀ ਹੈ ਬਿਹਤਰੀ ਲਈ ਕੰਮ ਕਰਦੇ ਸੀਗੇ। ਜੀ, ਉਹਨਾਂ ਨੂੰ ਆਪਣੇ ਹੱਕਾਂ ਦੇ ਬਾਰੇ ਉਹ ਸੁਚੇਤ ਕਰਦੇ ਸੀ। ਜੀ, ਤੇ ਇਹ ਨਹੀਂ ਵੀ ਖਾਲੀ ਉਹ ਭਾਸ਼ਣ ਹੀ ਦਿੰਦੇ ਸੀ, ਉਹਨਾਂ ਦੇ ਨਾਲ ਖੁਦ ਉਸ ਤਰ੍ਹਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਬਤੀਤ ਕਰਦੇ ਸੀ। ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੂੰ ਦਿਨ ਬ ਦਿਨ ਦੀਆਂ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਵਿੱਚ ਵੀ ਉਹ ਸਾਂਝੀਦਾਰ ਹੁੰਦੇ ਸੀ, ਉਹਨਾਂ ਨੂੰ ਨਜਿੱਠਣ ਦੇ ਵਿੱਚ। ਜੀ। ਤੇ ਉਹਨਾਂ ਦੇ ਉੱਤੇ ਜੋ ਸਟੇਟ ਵੱਲੋਂ ਦੋਸ਼ ਲਾਇਆ ਗਿਆ, ਜੀ, ਉਹ ਭੀਮਾ ਕੋਰੇਗਾਂਵ ਇੱਕ ਜਗ੍ਹਾ ਹੈ ਮਹਾਰਾਸ਼ਟਰ ਦੇ ਵਿੱਚ, ਜੀ, ਇਹ ਉੱਥੇ ਦੇ ਨਾਲ ਗੱਲ ਸੰਬੰਧਿਤ ਹੈ। ਤੇ ਕੀ ਉਹਨਾਂ ਦੀ ਉੱਥੋਂ ਦੀ ਜੋ ਘਟਨਾਕ੍ਰਮ ਹੋਇਆ, ਜੀ, ਤੇ ਲੜਾਈ ਝਗੜੇ ਹੋਏ, ਉਹਦੇ ਵਿੱਚ ਉਹਨਾਂ ਦਾ ਹੱਥ ਸੀਗਾ, ਜੀ। ਪਰ ਜਿਵੇਂ ਸੁਣਿਆ ਗਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਤੇ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਪਾ ਦਿੱਤਾ ਗਿਆ। ਤੇ ਬਹੁਤ ਸਾਰੇ ਲੋਕ ਨੇ, ਜਿਵੇਂ ਗੌਤਮ ਨੌਲੱਖਾ ਹੈ, ਸੁਧਾ ਭਾਰਦਵਾਜ ਹੈ, ਜੀ ਐਨ ਸਾਈਂ ਬਾਬਾ ਹੈ, ਤੇ ਹੋਰ
ਵਗੈਰਾ ਵਗੈਰਾ ਬਹੁਤ ਸਾਰੇ ਲੋਕ ਨੇ, ਬਾਰਬਰਾ ਰॉय ਇੱਕ ਆਂਧਰਾ ਪ੍ਰਦੇਸ਼ ਦੇ ਕਵੀ ਨੇ, ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਤਹਿਤ ਹੀ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਸੀ ਜੀ। ਪਰ ਉਹਨਾਂ ਤੇ ਜੇ ਉਸ ਰੂਪ ਦੇ ਵਿੱਚ ਦੋਸ਼ ਸਾਬਤ ਨਹੀਂ ਹੋਏ। ਇਹ ਵੀ ਸੁਣਿਆ ਗਿਆ ਕਿ ਇਹ ਸਾਰਾ ਕੁਝ ਮੈਨੂਪਲੇਟ ਕੀਤਾ ਗਿਆ ਜੀ, ਉਹਨਾਂ ਦੇ ਕੰਪਿਊਟਰਸ ਵਗੈਰਾ ਨਾਲ ਵੀ, ਲੈਪਟਾਪ ਨਾਲ ਟੈਂਪਰਿੰਗ ਕੀਤੀ ਗਈ ਜੀ, ਤੇ ਉਹਨਾਂ ਦੇ ਝੂਠੇ ਜਿਹੜੇ ਇਹ ਕੇਸ ਬਣਾਏ ਗਏ। ਤੇ ਜਿਹੜਾ ਸਟੇਨ ਸਵਾਮੀ ਸੀ ਜੀ, ਉਹ ਵੈਸੇ ਹੀ ਬਿਮਾਰ ਸੀ, ਈਵਨ ਉਹ ਪਾਣੀ ਦਾ ਗਲਾਸ ਵੀ ਆਪਣੇ ਹੱਥ ਨਾਲ ਫੜ ਕੇ ਨਹੀਂ ਸੀ ਪੀ ਸਕਦੇ, ਤੇ ਈਵਨ ਉਹਨਾਂ ਨੂੰ ਇੱਥੋਂ ਤੱਕ ਕਿ ਜੇਲ੍ਹ ਦੇ ਵਿੱਚ ਗਲਾਸ ਵੀ ਨਹੀਂ ਸੀ ਦਿੱਤਾ ਗਿਆ। ਜੋ ਅਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਜਾਂ ਮੈਗਜ਼ੀਨਾਂ ਦੇ ਵਿੱਚ ਪੜ੍ਹਿਆ ਜਾਂ ਲੋਕਾਂ ਦੇ ਭਾਸ਼ਣਾਂ ਤੋਂ YouTube ਤੇ ਸੁਣਿਆ ਜੀ, ਜਾਂ ਹੋਰ ਚੈਨਲਸ ਦੇ ਰਾਹੀਂ ਵੇਖਿਆ ਜੀ। ਤੇ ਇਹ ਜਿਹੜਾ ਹੈ ਬੜਾ ਘਿਨਾਉਣੀ ਗੱਲ ਹੈ ਜੀ, ਕਿ ਕੋਈ ਵਿਅਕਤੀ ਹੈ, ਭਾਵੇਂ ਉਹ ਜੇਲ੍ਹ 'ਚ ਵੀ ਹੋਵੇ, ਉਹਨੇ ਕੋਈ ਕ੍ਰਾਈਮ ਵੀ ਕੀਤਾ ਹੋਵੇ, ਫਿਰ ਵੀ ਉਹਦੇ ਕੁਝ ਹਿਊਮਨ ਰਾਈਟਸ ਹੁੰਦੇ ਨੇ ਜੀ। ਜੇ ਮੰਨ ਲਓ ਬਿਮਾਰ ਹੋਵੇ ਤਾਂ ਉਹਨੂੰ ਡਾਕਟਰ ਨੂੰ ਦਿਖਾਉਣਾ, ਦਵਾਈ ਬੂਟੀ ਦਾ ਪ੍ਰਬੰਧ ਹੋਣਾ, ਇਹ ਤਾਂ ਸਾਰਾ ਕੁਝ ਹੋਣਾ ਹੀ ਚਾਹੀਦਾ। ਤੇ ਸਟੈਨ ਸਵਾਮੀ ਤੇ ਬਿਮਾਰ ਹੀ ਸੀਗੇ ਔਰ 84-85 ਸਾਲ ਦੀ ਉਮਰ ਦੇ ਵਿਅਕਤੀ ਸੀਗੇ ਜੀ। ਤੇ ਇਸ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਵਾਰ-ਵਾਰ ਰਿਕੁਐਸਟ ਕਰਨ ਦੇ ਬਾਵਜੂਦ ਵੀ ਜੇ ਉਹਨਾਂ ਨੂੰ ਨਾਲ ਇਹ ਨਹੀਂ ਕੀਤਾ ਗਿਆ, ਤਾਂ ਮੈਂ ਸਮਝਦਾ ਉਹਨਾਂ ਦੇ ਸਿਰਫ ਜਮਹੂਰੀ ਹੱਕਾਂ ਤੇ ਨਹੀਂ, ਉਹਦੇ ਜੀਣ ਦੇ ਅਧਿਕਾਰ ਤੇ ਵੀ ਮਤਲਬ ਕਿ ਇੱਕ ਬੜਾ ਵੱਡਾ ਹਮਲਾ ਜੀ, ਕਿ ਬੰਦਾ ਬਿਮਾਰ ਹੋਵੇ, ਉਹ ਪਾਣੀ ਦਾ ਗਲਾਸ ਵੀ ਫੜ ਕੇ ਨਾ ਪੀ ਸਕਦਾ ਹੋਵੇ ਜੀ, ਤੇ ਫਿਰ ਵੀ ਉਹਨਾਂ ਨੂੰ ਉਹਨਾਂ ਸਹੂਲਤਾਂ ਤੋਂ ਮਰਹੂਮ ਰੱਖਿਆ ਜਾਵੇ। ਤਾਂ ਇਹ ਸਾਡੀ ਜਿਹੜੀ ਸਟੇਟ ਹੈ ਉਹਦਾ ਜਿਹੜਾ ਘਿਨਾਉਣਾ ਰੂਪ ਹੈ ਜੀ, ਉਹਦੀ ਨੇਚਰ ਕੀ ਹੈ, ਇਹ ਸਾਡੇ ਸਾਹਮਣੇ ਸਾਫ਼ ਉਗੜ ਕੇ ਰੱਖਦੀ ਹੈ। ਜੇ ਕ੍ਰਿਸ਼ਨ ਚੰਦ ਜੀ, ਇੱਕ ਸਵਾਲ ਹੈ ਕਿ ਇੱਕ ਪਾਸੇ ਸਟੇਨ ਸਵਾਮੀ ਹੋਰੀ ਨੇ ਜਦੋਂ ਉਹ ਬਿਮਾਰ ਹੁੰਦੇ ਨੇ ਤੇ ਬਿਮਾਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜੀ ਪੈਰੋਲ ਆ ਦਿੱਤੀ ਨਹੀਂ ਜਾਂਦੀ ਜਾਂ ਫਿਰ ਉਹਨਾਂ ਦੀ ਡਾਕਟਰੀ ਸਹਾਇਤਾ ਜਿਹੜੀ ਨਹੀਂ ਕੀਤੀ ਜਾਂਦੀ, ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਅਜਿਹੇ ਕੁਝ ਬਾਬੇ ਨੇ ਜਿਹੜੇ ਕਿ ਬਲਾਤਕਾਰ ਦੇ ਕੇਸਾਂ ਦੇ ਵਿੱਚ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ, ਪਰ ਉਹਨਾਂ ਨੂੰ ਇੱਕ ਮਹੀਨੇ 'ਚ 2 ਵਾਰੀ ਵੀ ਜਿਹੜੀ ਪੈਰੋਲ ਮਿਲ ਜਾਂਦੀ ਹੈ, ਸਿਰਫ ਇਸ ਕਰਕੇ ਕਿ ਉਹਨਾਂ ਨੇ ਆਪਣੀ ਬਿਮਾਰ ਮਾਂ ਨੂੰ ਮਿਲਣਾ ਜਾਂ ਇਸ ਕਰਕੇ ਕਿ ਉਹਨਾਂ ਦੇ ਪੇਟ 'ਚ ਦਰਦ ਹੁੰਦਾ ਹੈ, ਉਹ ਥੋੜ੍ਹੇ ਜਿਹੇ ਬਿਮਾਰ ਫੀਲ ਕਰਦੇ ਨੇ। ਤੇ ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਜਿਸ ਬੰਦੇ ਤੇ ਇੰਨੇ ਘਿਨਾਉਣੇ ਜਿਹੜੇ ਕਿ ਇਲਜ਼ਾਮ ਲੱਗੇ ਹੋਏ ਨੇ, ਉਹਨਾਂ ਨੂੰ ਇੰਨੀ ਵਾਰੀ ਪੈਰੋਲ, 1 ਮਹੀਨੇ 'ਚ 2 ਵਾਰੀ ਪੈਰੋਲ ਮਿਲਦੀ ਹੈ, ਤੇ ਸਟੇਨ ਸਵਾਮੀ ਹੋਰੀ ਜਿਹੜੇ ਕਿ ਲੋਕਾਂ ਦੀ ਮਾਨਵਤਾ ਦੀ ਗੱਲ ਕਰਦੇ ਨੇ, ਹੱਕਾਂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਪੈਰੋਲ ਆ ਜਿਹੜੀ ਕਿ ਉਹ ਨਹੀਂ ਦਿੱਤੀ ਜਾਂਦੀ। ਕਿਵੇਂ ਦੇਖਦੇ ਹੋ ਇਸ ਚੀਜ਼ ਦਾ ਪਾੜਾ? ਕਿੱਥੇ ਕੁ ਪਾੜਾ ਜਿਹੜਾ ਕਿ ਸਾਡੀਆਂ ਸਰਕਾਰਾਂ ਦੇ ਇਸ ਚਿਹਰੇ ਨੂੰ ਮਤਲਬ ਕਿ ਲੋਕਾਂ ਦੇ ਸਾਹਮਣੇ ਪੇਸ਼ ਕਰਦਾ? ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਮੇਂ ਦੀ ਸਰਕਾਰ ਹੈ ਜੀ, ਕੇਂਦਰ ਦੇ ਵਿੱਚ, ਕਿਉਂਕਿ ਇਹ ਮਾਮਲਾ ਸਟੇਟ ਦਾ ਨਹੀਂ ਹੈ, ਇਹ ਕੇਂਦਰ ਦਾ ਮਾਮਲਾ ਹੈ ਜੀ, ਜੋ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਸੂਟ ਕਰਦਾ ਜੀ, ਉਹਨਾਂ ਨੇ ਉਹੀ ਕਰ ਰਹੇ ਨੇ, ਉਹ ਜਾਂ ਉਹਨਾਂ ਨੇ ਉਹੀ ਕਰਨਾ। ਜੀ, ਜਿਹੜੇ ਬਾਬੇ ਨੇ ਜਾਂ ਧਾਰਮਿਕ ਸ਼ਖਸੀਅਤਾਂ ਨੇ ਜਾਂ ਹੋਰ, ਉਹਨਾਂ ਦੀਆਂ ਬਹੁਤ ਜ਼ਿਆਦਾ ਵੱਡੀਆਂ ਫੋਲੋਇੰਗਸ ਹੁੰਦੀਆਂ ਨੇ ਜੀ, ਤੇ ਉਹਨਾਂ ਨੂੰ ਇਲੈਕਸ਼ਨ ਦੇ ਲਈ ਵੋਟਾਂ ਵਾਸਤੇ ਜੀ, ਉਹ ਬਾਬਿਆਂ ਨੂੰ ਇਸਤੇਮਾਲ ਕਰਦੇ ਨੇ। ਹਾਂਜੀ, ਭਾਵੇਂ ਉਹਨਾਂ ਦੇ ਕਿੰਨੇ ਵੀ ਘਿਨਾਉਣੇ ਦੋਸ਼ ਹੋਣ, ਜਦੋਂ ਉਹਨਾਂ ਨੂੰ ਠੀਕ ਲੱਗਦਾ ਜੀ, ਉਹਨਾਂ ਨੂੰ ਬਾਹਰ ਲੈ ਆਉਂਦੇ ਨੇ ਜੇਲ੍ਹ ਤੋਂ, ਜਦੋਂ ਉਹਨਾਂ ਨੂੰ ਠੀਕ ਨਹੀਂ ਲੱਗਦਾ ਉਦੋਂ ਉਹਨਾਂ ਨੂੰ ਅੰਦਰ ਰਹਿਣ ਦਿੰਦੇ ਨੇ। ਉਹਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਉਂਦੇ ਨੇ। ਹੁਣ ਤੇ ਸਾਨੂੰ ਬਹੁਤ ਸੌਖਾ ਜਿਹਾ ਕੰਮ ਮਿਲਿਆ ਹੋਇਆ ਕਰੋਨਾ ਦੇ ਨਾਂ 'ਤੇ। ਜੀ, ਜਿਵੇਂ ਇੱਕ ਬਾਬਾ ਹੈਗਾ ਗੁਰਮਤਿ ਰਾਮ ਰਹੀਮ ਜੀ, ਉਹ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸੁਣਿਆ ਜੀ, ਤੇ ਉਹ ਬਿਮਾਰ ਹੋ ਗਿਆ, ਉਹਨੂੰ ਹਸਪਤਾਲ ਦਿਖਾਇਆ ਗਿਆ ਰੋਹਤਕ। ਜੀ, ਉੱਥੇ ਕਿਉਂਕਿ ਉਹਦੀ ਕਿਸੇ ਨਾਲ ਗੱਲਬਾਤ ਕਰਨੀ ਸੀ ਜਾਂ ਹੋਰ ਉਹਨੂੰ ਮਤਲਬ ਕਿ ਕੋਈ ਅੱਗੇ ਕਰਨਾ ਸੀ, ਤਾਂ ਉਹਨੂੰ ਕਿਹਾ ਵੀ ਇਹਦਾ ਕੋਈ ਫਲਾਣਾ ਟੈਸਟ ਹੋਣਾ ਤੇ ਇਸ ਕਰਕੇ ਉਹਨੂੰ ਦੂਸਰੇ ਹਸਪਤਾਲ ਲੈ ਕੇ ਜਾਣਾ ਪਏਗਾ। ਜੀ, ਇਹ ਐਕਚੁਅਲੀ ਸਾਰੇ ਐਕਸਕਿਊਜ਼ਸ ਨੇ ਜੀ, ਤੇ ਪਰ ਜਦੋਂ ਜਿਹੜੇ ਜਮਹੂਰੀ ਹੱਕਾਂ ਲਈ ਲੋਕ ਲੜ ਰਹੇ ਨੇ, ਜੀ, ਉਹਨਾਂ ਦੇ ਜਿਸ ਕਿਸਮ ਦੇ ਸੰਗੀਨ ਦੋਸ਼ ਲਗਾਏ ਜਾਂਦੇ ਨੇ ਜੀ, ਔਰ ਉਹ ਸਾਰੇ ਝੂਠੇ ਹੁੰਦੇ ਨੇ, ਬਿਲਕੁਲ,
ਤੇ ਇਸ ਕਰਕੇ ਉਹ ਸਟੇਟ ਮਹਿਸੂਸ ਕਰਦੀ ਆ ਜਾਂ ਸਮੇਂ ਦੀ ਸਰਕਾਰ ਮਹਿਸੂਸ ਕਰਦੀ ਆ ਕਿ ਉਹਨਾਂ ਦੇ ਲਈ ਉਹ ਖਤਰਾ ਨੇ, ਤੇ ਉਹਨਾਂ ਨੂੰ ਉਹ ਬਾਹਰ ਕਿਉਂ ਕਰਨਾ, ਕਿਉਂਕਿ ਉਹਨਾਂ ਦੀ ਪੋਲੀਟਿਕਸ ਨੂੰ ਸੂਟ ਨਹੀਂ ਕਰਦੇ। ਬਾਬੇ ਉਹਨਾਂ ਨੂੰ ਸੂਟ ਕਰਦੇ ਨੇ, ਬਾਬੇ ਉਹਨਾਂ ਲਈ ਮਤਲਬ ਕਿ ਉਹਨਾਂ ਦੀ ਮਦਦ ਕਰਦੇ ਨੇ ਆਪਣੀ ਸੱਤਾ ਨੂੰ ਬਣਾਈ ਰੱਖਣ ਲਈ ਜੀ। ਇਸ ਕਰਕੇ ਉਹ ਜਿਹੜਾ ਬਾਬਿਆਂ ਨੂੰ ਸਮੇਂ-ਸਮੇਂ ਤੇ ਕਦੇ ਅੰਦਰ ਕਰ ਦਿੰਦੇ ਨੇ, ਕਦੇ ਬਾਹਰ ਕਰਦੇ ਨੇ। ਇਹੀ ਪੋਲੀਟੀਕਲ ਲੀਡਰਾਂ ਨਾਲ ਹੁੰਦਾ, ਕਿਸੇ ਨੂੰ ਰਿਹਾਈ ਜ਼ਮਾਨਤ ਦੇ ਦਿੰਦੇ ਨੇ, ਕਿਸੇ ਨੂੰ ਨਹੀਂ ਦਿੰਦੇ। ਜਿਹੜੇ ਉਹਨਾਂ ਨੂੰ ਠੀਕ ਲੱਗਦੇ ਨੇ ਉਹਨਾਂ ਦੀ ਮਦਦ ਕਰ ਸਕਦੇ ਨੇ ਇਲੈਕਸ਼ਨ ਦੇ ਵਿੱਚ, ਜਾਂ ਜਿਸ ਤਰੀਕੇ ਨਾਲ ਉਹ ਮਤਲਬ ਕਿ ਮਦਦ ਹੋ ਸਕਦੀ ਆ ਜੀ, ਉਹਨਾਂ ਲਈ ਉਹ ਨਰਮ ਰਵੱਈਆ ਵਰਤਦੇ ਨੇ। ਤੇ ਜਿਹੜੇ ਜੈਨੂਅਨ ਬੰਦੇ ਨੇ ਪਰ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਨੇ ਤੇ ਸਟੇਟ ਨੂੰ ਤੇ ਸਰਕਾਰ ਨੂੰ ਸਮੇਂ ਦੀ ਨੂੰ ਉਹ ਸੂਟ ਨਹੀਂ ਕਰਦੇ, ਉਹਨਾਂ ਨੂੰ ਮਤਲਬ ਕਿ ਝੂਠੇ ਕੇਸ ਬਣਾ ਕੇ ਵੀ ਅੰਦਰ ਕਰ ਦਿੰਦੇ ਨੇ। ਤੇ ਕ੍ਰਿਸ਼ਨ ਚੰਦ ਜੀ, ਜਿਵੇਂ ਸਟੇਨ ਸਵਾਮੀ ਜੀ ਨੇ ਸਿਸਟਮ ਦੀ ਜਿਹੜੀ ਭੇਟ ਚੜ੍ਹ ਚੁੱਕੇ ਨੇ, ਕਦੋਂ ਤੱਕ ਇਹ ਜਿਹੜੇ ਸਟੇਨ ਸਵਾਮੀ ਹੋਰੀ ਇਸ ਤਰ੍ਹਾਂ ਦੇ ਕਿੰਨੇ ਕੁ ਸਟੇਟ ਸਵਾਮੀ ਆ ਜਿਹੜੇ ਕਿ ਸਿਸਟਮ ਦੀ ਭੇਟ ਚੜ੍ਹਦੇ ਰਹਿਣਗੇ? ਇੱਕ ਪਾਸੇ ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਇਹ ਲੋਕਤੰਤਰ ਹੈ, ਸਾਡਾ ਸੰਵਿਧਾਨ ਆ, ਉਹਦੇ ਵਿੱਚ ਵੀ ਲੋਕ ਨੇ, ਜਿਹੜੇ ਭਾਰਤ ਦੇ ਲੋਕ ਨੇ ਉਹ ਲੋਕਤੰਤਰ ਰਾਜ ਦੇ ਵਿੱਚ ਰਹਿੰਦੇ ਨੇ, ਪਰ ਲੋਕਤੰਤਰ ਕਿੱਥੇ ਕੁ ਖੜਾ ਇਸ ਦੇ ਵਿੱਚ ਜਦੋਂ ਕਿ ਲੋਕਾਂ ਨੂੰ ਇਸ ਤਰ੍ਹਾਂ ਸਟੇਨ ਸਵਾਮੀ ਹੋਰਾਂ ਨੂੰ ਜਿਹੜੇ ਕਿ ਸਿਸਟਮ ਦੀ ਭੇਟ ਚੜ੍ਹਨਾ ਪਿਆ? ਕਦੋਂ ਤੱਕ ਇਹ ਭੇਟ ਚੜ੍ਹਦੇ ਰਹਿਣਗੇ? ਜੇ ਲੋਕਤੰਤਰ ਹੈ ਤਾਂ ਫਿਰ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਹੱਕ ਕਿਉਂ ਨਹੀਂ ਦਿੱਤੇ ਜਾਂਦੇ? ਦੇਖੋ, ਗੱਲ ਇਹ ਹੈ ਕਿਉਂਕਿ ਤੁਹਾਡੇ ਚੈਨਲ ਨੂੰ ਬਹੁਤ ਸਾਰੇ ਮਤਲਬ ਕਿ ਹਜ਼ਾਰਾਂ ਦੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ 'ਚ ਲੋਕ ਦੇਖਦੇ ਨੇ। ਉਹਨਾਂ ਨੂੰ ਇੱਕ ਗੱਲ ਸਾਫ਼ ਹੋ ਜਾਣੀ ਚਾਹੀਦੀ ਆ ਕਿ ਲੋਕਤੰਤਰ ਤੇ ਭਾਸ਼ਣ ਦੇਣਾ ਹੋਰ ਗੱਲ ਹੈ ਜੀ, ਬੰਦੇ ਦਾ ਲੋਕਤੰਤਰੀ ਹੋਣਾ ਹੋਰ ਗੱਲ ਹੈ ਜੀ। ਸਾਡੇ ਸੰਵਿਧਾਨ ਦੇ ਵਿੱਚ ਭਾਵੇਂ ਜਮਹੂਰੀ ਗਣਰਾਜ ਲਿਖਿਆ ਹੋਇਆ ਹੈ, ਪਰ ਇੱਥੇ ਦੀਆਂ ਜਿਹੜੀਆਂ ਪੋਲੀਟੀਕਲ ਫੋਰਸਿਸ ਨੇ ਜ਼ਰੂਰੀ ਨੇ ਉਹਨਾਂ ਨੂੰ ਲੈਟਰ ਐਂਡ ਸਪਿਰਿਟ ਦੇ ਵਿੱਚ ਲਾਗੂ ਕਰਨਾ, ਕਿਉਂਕਿ ਬਹੁਤ ਜ਼ਿਆਦਾ ਡਿਫੀਕਲਟ ਪ੍ਰੋਸੈਸ ਹੈ। ਤੇ ਪਾਰਟੀਆਂ ਖੁਦ ਜਿਹੜੀਆਂ ਜਮਹੂਰੀ ਪਾਰਟੀਆਂ ਨਹੀਂ ਹੈ ਜੀ, ਤੇ ਜਿਵੇਂ ਸਮੇਂ ਦੀ ਸਰਕਾਰ ਹੈ ਉਹ ਤੇ ਵੈਸੇ ਹੀ ਕਮਿਊਨਲ ਪੋਲੀਟਿਕਸ ਕਰਦੀ ਆ, ਉਹ ਜਮਹੂਰੀ ਕਿਵੇਂ ਹੋ ਸਕਦੀ ਆ? ਤੇ ਜਮਹੂਰੀਅਤ ਖਾਲੀ ਲਿਖਣ ਨਾਲ ਨਹੀਂ ਕੋਈ ਚੀਜ਼ ਜਮਹੂਰੀਅਤ ਹੋ ਜਾਂਦੀ, ਉਹ ਅਮਲ ਦੇ ਵਿੱਚ ਜੋ ਹੈ ਜੀ ਉਹ ਜਮਹੂਰੀਅਤ ਹੋਣੀ ਚਾਹੀਦੀ ਆ। ਤੇ ਅਜਿਹਾ ਸਾਡੇ ਦੇਸ਼ ਦੇ ਵਿੱਚ ਨਹੀਂ ਹੈ। ਜਿਵੇਂ ਕਿ ਤੁਸੀਂ ਸਟੈਨ ਸਵਾਮੀ ਦੇ ਮਾਮਲੇ ਦੇ ਵਿੱਚ ਹੀ ਵੇਖ ਸਕਦੇ ਹੋ ਜੀ। ਇੱਕ ਬੰਦਾ ਸਿਰਫ ਤੁਹਾਡੇ ਕੋਲੋਂ ਮੰਗ ਕਰ ਰਿਹਾ ਗਲਾਸ ਦੀ ਕਿ ਮੈਂ ਪਾਣੀ ਪੀਣਾ ਜੀ, ਤੇ ਉਹਨੂੰ ਉਹ ਜੇਲ੍ਹ ਦੇ ਵਿੱਚ ਗਲਾਸ ਵੀ ਦੇਣ ਤੋਂ ਮਤਲਬ ਕਿ ਜਿਹੜਾ ਹੈ ਉਹ ਸਾਡੀ ਕੋਰਟਸ ਵਗੈਰਾ ਦੀ ਇੰਟਰਵੈਂਸ਼ਨ ਤੋਂ ਬਾਅਦ ਹੀ ਸੰਭਵ ਹੋ ਸਕਿਆ। ਤੇ ਇਹਨੂੰ ਤੁਸੀਂ ਜਮਹੂਰੀਅਤ ਕਹਿੰਦੇ ਹੋ ਤਾਂ ਇਹ ਫਿਰ ਮੈਂ ਸਮਝਦਾ ਵੀ ਤੁਹਾਡੀ ਨਲਾਇਕੀ ਆ। ਤੇ ਜੇ ਤੁਸੀਂ ਸਮਝਦੇ ਹੋ ਕਿ ਹਰ ਬੰਦੇ ਨੂੰ ਘੱਟੋ ਘੱਟ ਸਹੂਲਤਾਂ ਨੇ ਜਿਹੜੀਆਂ ਹਰ ਬੰਦੇ ਨੂੰ ਉਹਦੇ ਜਿਹੜੇ ਹਿਊਮਨ ਰਾਈਟਸ ਨੇ, ਇਹ ਜਮਹੂਰੀ ਹੱਕ ਹੀ ਨਹੀਂ, ਇਹ ਹਿਊਮਨ ਰਾਈਟ ਹੈ ਜੀ। ਉਹ ਵੀ ਜੇ ਨਹੀਂ ਮਿਲਦਾ, ਹਿਊਮਨ ਰਾਈਟ ਵੀ ਨਹੀਂ ਮਿਲਦਾ, ਫਿਰ ਜਮਹੂਰੀ ਹੱਕਾਂ ਦੀ ਗੱਲ ਤੇ ਬਹੁਤ ਬਾਅਦ ਦੀ ਹੈ। ਤੇ ਫਿਰ ਦੂਜੇ ਪਾਸੇ ਗੱਲ ਇਹ ਵੀ ਆਉਂਦੀ ਹੈ ਕ੍ਰਿਸ਼ਨ ਚੰਦ ਜੀ, ਜਦੋਂ ਆਪਾਂ ਵੋਟ ਪਾਉਣ ਲੱਗਦੇ ਹਾਂ, ਵੋਟ ਦਾ ਅਧਿਕਾਰ ਸਭ ਨੂੰ ਹੈ, ਤੇ ਵੋਟ ਪਾ ਕੇ ਫਿਰ ਆਪਾਂ ਉਹ ਸਿਸਟਮ ਨੂੰ ਚੇਂਜ ਕਿਉਂ ਨਹੀਂ ਕਰਦੇ? ਕਮੀ ਲੋਕਾਂ ਦੇ ਵਿੱਚ ਹੈ, ਕਮੀ ਸਿਸਟਮ ਦੇ ਵਿੱਚ ਆ, ਜਾਂ ਫਿਰ ਕਮੀ ਜਿਹੜੇ ਸਾਡੇ ਨੇਤਾ ਨੇ, ਸਾਡੇ ਲੀਡਰ ਨੇ ਉਹਨਾਂ ਦੇ ਵਿੱਚ? ਵੋਟ ਨਾਲ ਸਿਰਫ ਅਸੀਂ ਜਿਹੜੀ ਹੈ ਪੋਲੀਟੀਕਲ ਪਾਰਟੀ ਦੀ ਸਰਕਾਰ ਨੂੰ ਚੇਂਜ ਕਰ ਸਕਦੇ ਹਾਂ ਜੀ। ਪਹਿਲੋਂ ਕਾਂਗਰਸ, ਫਿਰ ਬੀਜੇਪੀ, ਜਾਂ ਕੱਲ੍ਹ ਨੂੰ ਅਕਾਲੀ ਆ ਜਾਣ ਜਾਂ ਹੋਰ ਆ ਜਾਣ। ਵੋਟਾਂ ਦੇ ਨਾਲ ਜਿਹੜਾ ਸਿਸਟਮ ਨਹੀਂ ਚੇਂਜ ਹੁੰਦਾ, ਵੋਟਾਂ ਦੇ ਨਾਲ ਜਿਹੜੀ ਆ ਸਟੇਟ ਦਾ ਜਿਹੜਾ ਹੈ ਖਾਸਾ ਨਹੀਂ ਬਦਲਦਾ ਜੀ। ਵੋਟਾਂ ਦੇ 5 ਸਾਲ ਦੇ ਵਿੱਚ ਇੱਕ ਵਾਰੀ ਉਹਨਾਂ ਨੂੰ ਮੌਕਾ ਮਿਲਦਾ, ਔਰ ਵੋਟ ਵੀ ਕੋਈ ਲੋਕ ਚੈਤਨ ਰੂਪ 'ਚ ਨਹੀਂ ਪਾਉਂਦੇ ਹੈਗੇ ਜੀ। 5 ਬੰਦੇ ਖੜੇ ਨੇ, ਉਹਦੇ ਵਿੱਚ ਉਹ ਜਿੱਧਰ ਗਿਆ ਬਾਣੀਆ ਉੱਧਰ ਗਿਆ ਬਾਜ਼ਾਰ, ਉਹਨੂੰ ਜਿਵੇਂ ਮਤਲਬ ਕਿ ਕਿਸੇ ਨੇ ਮੋਬਿਲਾਈਜ਼ ਕਰ ਲਿਆ, ਕਿਸੇ ਨੇ ਉਹਨਾਂ ਦੀ ਘੋਲਬੰਦੀ ਕਰਤੀ, ਉਹਨਾਂ ਨੂੰ ਸਮਝਾਤਾ ਤੂੰ ਉਹਨੂੰ ਪਾ ਦੇ, ਫਲਾਣਾ ਪਾ ਦੇ। ਸਾਡੇ ਵੋਟਾਂ ਵੈਸੇ ਬਹੁਤੀਆਂ ਧਰਮ ਦੇ ਨਾਂ 'ਤੇ, ਜਾਤੀ ਦੇ ਨਾਂ 'ਤੇ, ਗਰੁੱਪਾਂ ਦੇ ਨਾਂ 'ਤੇ, ਰਾਜਨੀਤਿਕ ਪਾਰਟੀਆਂ ਦੇ ਨਾਂ 'ਤੇ ਪੈਂਦੀਆਂ ਨੇ। ਤੁਸੀਂ ਇਹ ਨਾ ਸਮਝੋ ਕਿ ਲੋਕ ਬੜੀ ਸੋਚ ਸਮਝ ਕੇ ਵੋਟ ਪਾਉਂਦੇ ਨੇ ਕਿ ਅਸੀਂ ਜਿਹੜਾ ਬਿਹਤਰ ਸਮਾਜ ਲੈ ਕੇ ਆਉਣਾ। ਸਮਾਜ ਲੈ ਕੇ ਆਉਣਾ ਹੋਰ ਗੱਲ ਆ, ਸਰਕਾਰ ਬਦਲਣਾ ਹੋਰ ਗੱਲ ਹੈ, ਕਿਸੇ ਪਾਰਟੀ ਦੀ ਸਰਕਾਰ ਨੂੰ ਬਦਲਣਾ। ਕੱਲ੍ਹ ਨੂੰ ਜਿਹੜੀ ਹੈ ਪੰਜਾਬ ਦੇ ਵਿੱਚ ਵੀ ਮੰਨ ਲਓ ਕਾਂਗਰਸ ਪਾਰਟੀ ਹਾਰ ਜਾਂਦੀ ਆ, ਆਪ ਪਾਰਟੀ ਜਾਂ ਅਕਾਲੀ ਪਾਰਟੀ ਆ ਜੂ, ਪਰ ਇਹਨਾਂ ਪਾਰਟੀਆਂ ਦੇ ਖਾਸੇ 'ਚ ਕੋਈ ਫਰਕ ਨਹੀਂ ਹੈ ਜੀ। ਜੇ ਅਸੀਂ ਸਿਸਟਮ ਦੀ ਗੱਲ ਕਰਾਂਗੇ, ਉਹਦੇ ਲਈ ਸਾਡਾ ਸਿਸਟਮ ਹੈ ਜਿਹੜਾ ਜੀ
ਉਹਨੂੰ ਸਾਨੂੰ ਕੁਐਸਚਨ ਕਰਨਾ ਪਏਗਾ। ਉਹਦੇ ਲਈ ਜਿਹੜੇ ਸਾਧਨ ਨੇ ਉਹ ਲੋਕਾਂ ਦੇ ਹੱਥਾਂ ਵਿੱਚ ਹੋਣੇ ਚਾਹੀਦੇ ਨੇ ਤੇ ਜਿਹੜੇ ਉਹਨਾਂ ਦੀ ਭਲਾਈ ਲਈ ਵਰਤੇ ਜਾਣ। ਜੋ ਸਮਾਜ ਦੇ ਵਿੱਚ ਸਾਧਨ ਨੇ ਉਹ ਹਰ ਮਨੁੱਖ ਨੂੰ ਜਿਹੜਾ ਇੱਕ ਬਿਹਤਰ ਜ਼ਿੰਦਗੀ ਦੇਵੇ, ਪਰ ਸਾਡੇ ਇੱਥੇ ਅਜਿਹਾ ਨਹੀਂ ਹੈ, ਕਿਉਂਕਿ ਅਸੀਂ ਸਰਮਾਏਦਾਰੀ ਜਿਹੜਾ ਸਿਸਟਮ ਹੈ ਉਸ ਦੇ ਵਿੱਚ ਰਹਿ ਰਹੇ ਹਾਂ, ਉਹਨੂੰ ਅਸੀਂ ਅਡਾਪਟ ਕੀਤਾ। ਤੇ ਜਿਹੜਾ ਸਰਮਾਏਦਾਰੀ ਸਿਸਟਮ ਹੈ ਇਹਨੇ ਕਾਂਟੇ ਬੀਜ ਬੂਲ ਕੇ ਅੰਗੂਰ ਕਹਾਂ ਸੇ ਖਾਏ ਜੀ, ਜੋ ਅਸੀਂ ਬੀਜਾਂਗੇ ਉਹੀ ਇਹ 'ਚੋਂ ਵੱਢਾਂਗੇ। ਜੇ ਅਸੀਂ ਬਿਹਤਰ ਜ਼ਿੰਦਗੀ ਚਾਹੁੰਦੇ ਹਾਂ, ਬਿਹਤਰ ਸਿਸਟਮ ਚਾਹੁੰਦੇ ਹਾਂ, ਤਾਂ ਇਹ ਸਾਨੂੰ ਸਿਸਟਮ ਨੂੰ ਬਦਲਣਾ ਪਏਗਾ, ਭਾਵੇਂ ਸਾਨੂੰ ਕਿੰਨਾ ਵੀ ਲੰਬਾ ਸਮਾਂ ਲੱਗੇ। ਫਿਰ ਕ੍ਰਿਸ਼ਨ ਚੰਦ ਜੀ, ਸਿਸਟਮ ਹੈ ਜਿਹੜਾ ਉਹ ਵੋਟਾਂ ਰਾਹੀਂ ਨਹੀਂ ਬਦਲਿਆ ਜਾ ਸਕਦਾ, ਸਿਰਫ ਸਰਕਾਰਾਂ ਬਦਲੀਆਂ ਜਾ ਸਕਦੀਆਂ ਨੇ, ਤੁਸੀਂ ਇਹ ਗੱਲ ਕਹਿੰਦੇ ਹੋ। ਫਿਰ ਜਿਹੜਾ ਸਿਸਟਮ ਹੈ ਉਹ ਕਿਵੇਂ ਬਦਲਿਆ ਜਾਊਗਾ? ਸਿਸਟਮ ਨੂੰ ਬਦਲਣ ਦੇ ਲਈ ਸਾਨੂੰ ਲੋਕਾਂ ਨੂੰ ਆਰਗੇਨਾਈਜ਼ ਕਰਨਾ ਪਏਗਾ ਜੀ, ਲੋਕਾਂ ਨੂੰ ਸਮਝਾਉਣਾ ਪਏਗਾ ਕਿ ਇਹ ਸਿਸਟਮ ਉਹਨਾਂ ਦੀ ਬਿਹਤਰੀ ਲਈ ਠੀਕ ਨਹੀਂ ਹੈ ਜੀ। ਇਹ ਜਿਹੜੇ ਸਿਸਟਮ ਦੀ ਜਿਹੜੀ ਹੈ ਸਰਮਾਏਦਾਰੀ ਡਿਵੈਲਪਮੈਂਟ ਦੀ ਨੇਚਰ ਨੂੰ ਸਮਝਦੇ ਨੇ, ਉਹ ਕਿਸੇ ਵੀ ਪਾਰਟੀ ਦੇ ਬੰਦੇ ਹੋਣ ਉਹ ਵੀ ਇਸ ਨੂੰ ਬਾਖੂਬੀ ਸਮਝਦੇ ਨੇ। ਕਹਿਣ ਜਾਂ ਨਾ ਕਹਿਣ ਇੱਕ ਹੋਰ ਗੱਲ ਆ ਉਹਨਾਂ ਦੀ, ਕਿਉਂਕਿ ਰਾਜਨੀਤੀ ਨੂੰ ਸੂਟ ਨਹੀਂ ਕਰਦਾ ਜੀ, ਠੀਕ ਹੈ ਨਾ। ਤੇ ਸਾਡੇ ਜਿਹੜੇ ਗੇਨਸ ਨੇ ਸਾਰੇ ਪਾਪੂਲਰ ਸਿਸਟਮ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਦੇ ਨਾਲ ਕੋਈ ਸਿਸਟਮ ਨਹੀਂ ਬਣਦਾ। ਥੋੜ੍ਹੇ ਜਿਹੇ ਲੋਕਾਂ ਨੂੰ ਬਿਹਤਰ ਜ਼ਿੰਦਗੀ ਮਿਲ ਸਕਦੀ ਹੈ, ਪਰ ਸਮੂਹ ਜਿਹੜੇ ਲੋਕ ਨੇ ਐਟ ਲਾਰਜ ਉਹਨਾਂ ਦਾ ਇਹਦੇ ਵਿੱਚ ਭਲਾ ਨਹੀਂ ਹੋ ਸਕਦਾ, ਕਿਉਂਕਿ ਅਸੀਂ ਜਿਸ ਸਿਸਟਮ ਦੇ ਵਿੱਚ ਰਹਿ ਰਹੇ ਹਾਂ ਉਹ ਸਾਡੇ ਕੋਲੇ ਜਿਹੜੇ ਸਾਧਨ ਨੇ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਕੰਸਨਟਰੇਟ ਕਰਦਾ, ਸਮੂਹ ਲੋਕਾਂ ਨੂੰ ਉਹ ਇਗਨੋਰ ਕਰਦਾ, ਸਮੂਹ ਲੋਕਾਂ ਦੀ ਅਵਹੇਲਨਾ ਕਰਦਾ। ਕਿਹੜੇ ਥੋੜ੍ਹੇ ਲੋਕ ਨੇ ਜਿਨ੍ਹਾਂ ਨੂੰ ਇਹ ਸਿਸਟਮ ਹੈ ਕੰਸਨਟਰੇਟ ਕਰਦਾ? ਉਹ ਵੱਡੇ ਮਤਲਬ ਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਜੀ, ਤੇ ਜਿਹੜੀਆਂ ਵਪਾਰਕ ਲੌਬੀਜ਼ ਨੇ ਜੀ, ਜਾਂ ਫਿਰ ਵੱਡੇ ਜ਼ਗੀਰਦਾਰ ਨੇ। ਮਤਲਬ ਕਿ ਜਿਹੜੇ ਇਹ ਸਿਸਟਮ ਆਪਣਾ ਉਹ ਸਿਰਫ ਜ਼ਗੀਰਦਾਰ ਘਰਾਣੇ ਨੇ ਜਿਹੜੇ ਕਿ ਸਰਮਾਏਦਾਰ, ਮੇਨਲੀ ਕਾਰਪੋਰੇਟ ਮਤਲਬ ਕਿ ਸਰਮਾਏਦਾਰ ਜਿਹੜੇ ਵੱਡੇ ਸਰਮਾਏਦਾਰ ਨੇ ਉਹਨਾਂ ਨੂੰ ਪਾਲ ਰਿਹਾ ਤੇ ਆਮ ਜਿਹੜਾ ਗਰੀਬ ਬੰਦਾ ਦਿਨ ਪ੍ਰਤੀ ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਹਾਂ, ਉਹ ਤਾਂ ਹੁਣ ਤੇ ਇਹ ਵੀ ਮੁਸ਼ਕਲ ਹੋ ਰਿਹਾ ਕਿ ਉਹ 2 ਵਕਤ ਦੀ ਰੋਟੀ ਕਿਵੇਂ ਖਾਏਗਾ। ਇਹ ਉਹਦੇ ਲਈ ਇਸ ਦੇ ਲਾਲੇ ਪਏ ਹੋਣੇ ਜਿਸ ਕਿਸਮ ਦੀ ਮਹਿੰਗਾਈ ਵੱਧ ਰਹੀ ਆ। ਤੇ ਜੇ ਆਪਾਂ ਸਵਾਲ ਪਹਿਲੇ ਤੇ ਚੱਲੀਏ ਕ੍ਰਿਸ਼ਨ ਚੰਦ ਜੀ, ਜਿੱਥੋਂ ਆਪਾਂ ਇਹ ਚਰਚਾ ਸ਼ੁਰੂ ਕੀਤੀ ਸੀ, ਜਿਹੜੇ ਸਟੇਨ ਸਵਾਮੀ ਹੋਰੀ ਸੀ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਉਹਨਾਂ ਨੂੰ ਉਸ ਤੋਂ ਪਹਿਲਾਂ ਬਹੁਤ ਸਾਰੇ ਸਟੇਨ ਸਵਾਮੀ ਨੇ ਜਿਹੜੇ ਉਹਨਾਂ ਦੀ ਆਵਾਜ਼ ਨੂੰ ਵੀ ਦਬਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਉਹ ਵੀ ਸਿਸਟਮ ਦੀ ਜਿਹੜੀ ਭੇਟ ਚੜ੍ਹਦੇ ਰਹੇ। ਅਸਲ ਦੇ ਵਿੱਚ ਇਹਨਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਪਿੱਛੇ ਕਾਰਨ ਕੀ ਹੁੰਦਾ? ਕਿਉਂ ਦਬਾਈ ਜਾਂਦੀ ਇਹਨਾਂ ਦੀ ਆਵਾਜ਼? ਇਹਨਾਂ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੇ ਪਿੱਛੇ ਇਹੀ ਆ ਕਿਉਂਕਿ ਲੋਕਾਂ ਦੇ ਵਿੱਚ ਚੇਤਨਤਾ ਫੈਲਾਉਂਦੇ ਨੇ, ਲੋਕਾਂ 'ਚ ਜਾਗਰਤੀ ਪੈਦਾ ਕਰਦੇ ਨੇ ਵੀ ਇਹ ਸਿਸਟਮ ਦੇ ਵਿੱਚ ਤੁਹਾਡੀ ਜ਼ਿੰਦਗੀ ਬਿਹਤਰ ਕਿਉਂ ਨਹੀਂ ਹੈ ਜੀ। ਤੇ ਇਸ ਤੋਂ ਸਰਕਾਰ ਘਬਰਾਉਂਦੀ ਆ, ਇਸ ਤੋਂ ਸਟੇਟ ਘਬਰਾਉਂਦੀ ਆ ਜੀ, ਕਿਉਂਕਿ ਜਿਹੜੀ ਸਟੇਟ ਹੈ ਜੀ, ਇੰਡੀਅਨ ਸਟੇਟ ਜਿਹੜੀ ਹੈ ਉਹ ਵੱਡੇ ਕਾਰਪੋਰੇਟ ਘਰਾਣੇ ਨੇ ਜੀ, ਵੱਡੇ ਜਿਹੜੇ ਜ਼ਗੀਰਦਾਰ ਨੇ ਜੀ, ਪੂੰਜੀਪਤੀ ਜਿਹੜੇ ਲੋਕ ਨੇ ਜੀ, ਉਹਨਾਂ ਦੇ ਹਿੱਤਾਂ ਨੂੰ ਸਰਵ ਕਰ ਰਹੀ ਆ। ਕਿਉਂਕਿ ਸਮਾਜ ਜਮਾਤਾਂ ਵਿੱਚ ਵੰਡਿਆ ਹੋਇਆ, ਕੁਝ ਲੋਕ ਮੈਜੋਰਿਟੀ ਜਿਹੜੇ ਲੋਕ ਨੇ ਜਾਂ ਮੋਸਟ ਲੋਕ ਇਹੋ ਜਿਹੇ ਨੇ ਜਿਨ੍ਹਾਂ ਕੋਲੇ ਕੋਈ ਸਾਧਨ ਨਹੀਂ ਹੈ, ਪੈਦਾਵਾਰੀ ਦੇ ਸਾਧਨ ਨਹੀਂ ਹੈ। ਤੇ ਜੇ ਪੈਦਾਵਾਰੀ ਦੇ ਸਾਧਨ ਉਹਨਾਂ ਦੇ ਹੱਥਾਂ ਵਿੱਚ ਨਹੀਂ ਹੈਗੇ ਜੀ, ਤਾਂ ਉਹਦੇ ਜਿਹੜੇ ਲਾਭ ਨੇ ਉਹਨਾਂ ਤੱਕ ਨਹੀਂ ਪਹੁੰਚ ਸਕਣਗੇ। ਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਹ ਸਾਧਨ ਨੇ ਜੀ, ਉਹਨਾਂ ਦੇ ਲਾਭ ਵੀ ਜੇ ਉਹਨਾਂ ਲੋਕਾਂ ਕੋਲ ਪਹੁੰਚ ਰਹੇ ਨੇ। ਤੇ ਜਿਹੜੀ ਸਾਡੀ ਸਰਕਾਰ ਹੈ ਜੀ, ਜਿੰਨਾ ਕਿ ਇਹਨਾਂ ਨੂੰ ਮਤਲਬ ਕਿ ਜਿਹੜਾ ਹੈ ਸੰਵਿਧਾਨ ਦੀ ਥੋੜ੍ਹੀ ਜਿਹੀ ਉਹਨੂੰ ਕਾਇਮ ਰੱਖਣ ਦੇ ਲਈ ਇਹਨਾਂ ਨੂੰ ਸੂਟ ਕਰਦਾ ਜੀ, ਉਹਨਾਂ ਕੁ ਉਹ ਕਰ ਲੈਂਦੇ ਨੇ। ਹੁਣ ਤੇ ਉਹ ਵੀ ਘਟ ਗਿਆ ਕਿਉਂਕਿ ਕਾਂਗਰਸ ਵੇਲੇ ਜਾਂ ਸ਼ੁਰੂ ਤੋਂ ਅਸੀਂ ਮਿਕਸਡ ਇਕੋਨਮੀ ਦਾ ਥੇਰਾ ਉਹ ਅਪਣਾਇਆ ਸੀ। ਤੇ ਹੁਣ ਸੰਸਾਰ ਪੱਧਰ ਤੇ ਜੋ ਹਾਲਾਤ ਨੇ ਉਹਨਾਂ ਦੇ ਮੁਤਾਬਕ ਚੱਲਦਿਆਂ ਗਲੋਬਲਾਈਜੇਸ਼ਨ ਦਾ ਜਿਹੜਾ ਹੋਣ ਵਾਲਾ ਦੌਰ ਹੈ ਉਹ ਵੀ ਇਹਨਾਂ ਨੇ ਖ਼ਤਮ ਕਰ ਦਿੱਤਾ। ਕਿਉਂਕਿ ਪ੍ਰਾਈਵੇਟੇਸ਼ਨ ਆ ਜਿਹੜੀ, ਟੋਟਲ ਪ੍ਰਾਈਵੇਟੇਸ਼ਨ, ਲੋਕਾਂ ਦੇ ਮਤਲਬ ਹਿੱਤਾਂ ਦਾ ਖਿਆਲ ਨਾ ਰੱਖਦਿਆਂ ਹੋਇਆਂ ਜੀ ਉਸ ਨੂੰ ਇਹ ਪ੍ਰਮੋਟ ਕਰ ਰਹੇ ਨੇ। ਜਿਹੜਾ ਲੋਕਾਂ ਲਈ ਥੋੜ੍ਹਾ ਬਹੁਤਾ ਪਬਲਿਕ ਸੈਕਟਰ ਜਾਂ ਉਸਰਿਆ ਹੋਇਆ ਸੀ ਉਹ ਟੁੱਟ ਰਿਹਾ। ਸਰ, ਤੁਸੀਂ ਪ੍ਰਾਈਵੇਟੇਸ਼ਨ ਦੀ ਗੱਲ ਕੀਤੀ ਆ। ਪ੍ਰਾਈਵੇਟ ਸੈਕਟਰ ਨੇ ਜਿਹੜੇ ਉੱਥੇ ਮੈਨੂੰ ਲੱਗਦਾ
ਕਿ ਉੱਥੇ ਕੰਮ ਛੇਤੀ ਹੁੰਦੇ ਨੇ ਬੰਦੇ ਦੇ। ਤੁਸੀਂ ਸਰਕਾਰੀ ਕਿਸੇ ਆਫਿਸ ਦੇ ਵਿੱਚ ਚਲੇ ਜਾਓ, 10 ਦਿਨ 15 ਦਿਨ ਤੁਹਾਡੀ ਫਾਈਲ ਨੂੰ ਚੱਕ ਕੇ ਵੀ ਨਹੀਂ ਦੇਖਿਆ ਜਾਊਗਾ। ਕਈ ਵਾਰੀ ਆਪਾਂ ਨੂੰ ਕਹਿ ਦਿੱਤਾ ਜਾਂਦਾ ਕਿ ਕੱਲ੍ਹ ਨੂੰ ਆ ਜਾਓ ਤੁਹਾਡਾ ਕੰਮ ਹੋ ਜਾਊਗਾ, ਪਰ ਆਪਾਂ ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕ ਜਾਂਦੇ ਹਾਂ। ਪਤਾ ਲੱਗਦਾ ਕਿ ਸਾਡੀ ਫਾਈਲ ਤੇ ਧੂੜ ਚੜੀ ਪਈ ਹੈ, ਸਾਡੀ ਫਾਈਲ ਨੂੰ ਦੇਖਿਆ ਵੀ ਨਹੀਂ ਗਿਆ ਦੁਬਾਰੇ। ਪਰ ਪ੍ਰਾਈਵੇਟ ਸਿਸਟਮ ਦੇ ਵਿੱਚ ਇਹ ਹੈ ਕਿ ਪ੍ਰਾਈਵੇਟ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਬੰਦਾ ਇੱਕ ਦਿਨ ਕੰਮ ਨਹੀਂ ਕਰਦਾ ਤਾਂ ਉਹਦੇ ਜਿਹੜੇ ਉੱਚ ਅਧਿਕਾਰੀ ਹੁੰਦੇ ਨੇ ਵੀ ਭਾਈ ਤੂੰ ਕੰਮ ਕਰਦਾ ਸਹੀ ਆ, ਨਹੀਂ ਪਰ ਸਾਡੇ ਕੋਲੇ ਹੋਰ ਵੀ ਬੰਦੇ ਨੇ ਜਿਹੜੇ ਲਾਈਨ 'ਚ ਖੜੇ ਨੇ ਤੇਰੇ ਵਾਸਤੇ, ਤੇਰੀ ਜੌਬ ਤੇ ਹੋਰ ਬੈਠ ਜਾਊਗਾ। ਤਾਂ ਇਸ ਤਰ੍ਹਾਂ ਜਿਹੜਾ ਪ੍ਰਾਈਵੇਟ ਸੈਕਟਰ ਹੈ ਉੱਥੇ ਮੈਨੂੰ ਲੱਗਦਾ ਵੀ ਸਰਕਾਰੀ ਸੈਕਟਰ ਨਾਲੋਂ ਛੇਤੀ ਕੰਮ ਹੁੰਦੇ ਨੇ। ਫਿਰ ਪ੍ਰਾਈਵੇਟ ਸੈਕਟਰ 'ਚ ਦਿੱਕਤ ਕੀ ਆ? ਇਹ ਵੀ ਇੱਕ ਭੁਲੇਖਾ ਹੈ, ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਲੋਕ ਨੇ ਜਿਹੜੇ, ਉਹਨਾਂ ਨੂੰ ਸਹੂਲਤ ਨਹੀਂ ਉਹਨਾਂ ਨੇ ਦੇਣੀ ਹੁੰਦੀ ਜੀ। ਜਿਹੜਾ ਬੰਦਾ ਪੇ ਕਰ ਸਕਦਾ ਜੀ ਉਹਨੂੰ ਉਹਨਾਂ ਨੇ ਉਹਦੇ ਚਾਰਜਸ ਕਰਨੇ ਹੁੰਦੇ ਨੇ ਜੀ। ਸਰਕਾਰੀ ਸਿਸਟਮ ਦੇ ਵਿੱਚ ਕਿਉਂਕਿ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਨੇ ਜੀ, ਉਹਨਾਂ ਦੇ ਵਿੱਚ ਇਹ ਨਹੀਂ ਹੁੰਦਾ, ਕਿਉਂਕਿ ਲੋਕਾਂ ਦਾ ਡੈਮੋਕ੍ਰੈਟਿਕ ਰਾਈਟ ਹੁੰਦਾ ਕਿ ਉਹਨਾਂ ਨੂੰ ਉਹ ਮਿਲੇ। ਪਰ ਹੁਣ ਉਹਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਜਾਂ ਬੰਦੇ ਉੱਥੇ ਕੰਮ ਕਰ ਰਹੇ ਹੁੰਦੇ ਨੇ ਜੀ, ਉਹ ਉਸ ਕਿਸਮ ਦਾ ਪ੍ਰੈਸ਼ਰ ਨਹੀਂ ਮੰਨਦੇ ਜੀ। ਉਹ ਪ੍ਰੈਸ਼ਰ ਦੇ ਨਾ ਮੰਨਣ ਕਰਕੇ ਉਹ ਕਈ ਵਾਰ ਅਣਗਹਿਲੀ ਵਰਤ ਜਾਂਦੇ ਨੇ। ਪਰ ਇਸ ਦੇ ਵਿੱਚ ਜਿਹੜੀਆਂ ਸਾਡੀਆਂ ਉਹਨਾਂ ਨੂੰ ਆਰਗੇਨਾਈਜ਼ ਕਰਨ ਵਾਲੀਆਂ ਫੋਰਸਿਸ ਨੇ, ਖਾਸ ਤੌਰ 'ਤੇ ਜਿਹੜੀਆਂ ਟ੍ਰੇਡ ਯੂਨੀਅਨਾਂ ਨੇ, ਉਹ ਉਸ ਰੂਪ 'ਚ ਆਪਣਾ ਰੋਲ ਅਦਾ ਨਹੀਂ ਕਰ ਸਕੀਆਂ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ। ਇਸੇ ਕਰਕੇ ਜਿਹੜੀ ਕਰਪਸ਼ਨ ਹੈ ਜੀ, ਉਹ ਵੀ ਪਬਲਿਕ ਸੈਕਟਰ ਦੇ ਵਿੱਚ ਜੀ ਦਿਨ ਬ ਦਿਨ ਮਤਲਬ ਕਿ ਉਹ ਤਰੱਕੀ ਕਰਦੀ ਜਾ ਰਹੀ ਆ ਜੀ। ਤੇ ਇਸ ਕਰਕੇ ਲੋਕਾਂ ਨੂੰ ਉੱਥੇ ਧੱਕੇ ਖਾਣੇ ਪੈਂਦੇ ਨੇ ਜੇ ਅਕਾਊਂਟੇਬਿਲਿਟੀ ਹੋਵੇ। ਜੀ, ਮੈਂ ਪਹਿਲੋਂ ਵੀ ਆਪਣੇ ਉਸ 'ਚ ਕਿਹਾ ਸੀ, ਜੋ ਅਸੀਂ ਕੰਮ ਸਾਨੂੰ ਮਿਲਿਆ ਜੇ ਪੁੱਛਿਆ ਜਾਵੇ ਕਿ ਇਹ ਕੰਮ ਭਾਈ ਹੋ ਗਿਆ, ਜੇ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ, ਬੰਦਾ ਵਾਰ-ਵਾਰ ਕਿਉਂ ਆ ਰਿਹਾ, ਇਹ ਸਿਸਟਮ ਅਜੇ ਅਸੀਂ ਸਰਕਾਰੀ ਉਸ ਦੇ ਵਿੱਚ ਵੀ ਬਣਾਉਣਾ ਹੈ ਜੀ। ਪਰ ਜੇ ਅਸੀਂ ਕਹੀਏ ਵੀ ਸਰਕਾਰੀ ਸਿਸਟਮ ਪ੍ਰਾਈਵੇਟ ਨਾਲੋਂ ਮਾੜਾ, ਇਹ ਨਹੀਂ ਗੱਲ ਹੈਗੀ। ਉੱਥੇ ਬੰਦੇ ਨੇ ਆਪਣੀ ਫੀਸ ਲੈਣੀ ਆ ਤੇ ਉਸ ਲਈ ਤੁਹਾਨੂੰ ਸਰਵਿਸਿਜ਼ ਦੇਣੀਆਂ। ਇਸੇ ਕਰਕੇ ਲੋਕਾਂ ਦਾ ਕਈ ਵਾਰ ਸਾਨੂੰ ਲੱਗਦਾ ਵੀ ਪ੍ਰਾਈਵੇਟੇਸ਼ਨ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਆਸਥਾ ਵੱਧਦੀ ਜਾ ਰਹੀ ਆ ਜੀ। ਪਰ ਇਹਦੇ ਨਾਲ ਉਹ ਲੰਬੇ ਸਮੇਂ ਦੇ ਵਿੱਚ ਮਹਿਸੂਸ ਕਰਦੇ ਨੇ। ਖਾਸ ਤੌਰ 'ਤੇ ਕਰੋਨਾ ਪੀਰੀਅਡ 'ਚ ਅਸੀਂ ਦੇਖਿਆ ਜਿਹੜੇ ਪ੍ਰਾਈਵੇਟ ਹਸਪਤਾਲ ਨੇ, ਜਿਨ੍ਹਾਂ ਕੋਲੇ ਪੈਸੇ ਨੇ ਉਹਨਾਂ ਦਾ ਇਲਾਜ ਹੋ ਜੂ, ਪਰ ਜਿਨ੍ਹਾਂ ਕੋਲੇ ਪੈਸੇ ਨਹੀਂ ਹੈ ਉਹਨਾਂ ਨੂੰ ਫਿਰ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਦਾ ਆਸਰਾ ਲੈਣਾ ਪਿਆ ਜੀ। ਤਾਂ ਇਸ ਪੱਖੋਂ ਜਿਹੜਾ ਪ੍ਰਾਈਵੇਟ ਸੈਕਟਰ ਆਮ ਲੋਕਾਂ ਲਈ, ਆਮ ਜਨਤਾ ਦੇ ਲਈ ਇਹਨੂੰ ਐਫੀਸ਼ੀਐਂਸ ਬਣਾਉਣ ਦੀ ਲੋੜ ਆ ਜੀ, ਸਹਿਯੋਗ ਬਣਾਉਣ ਦੀ ਲੋੜ ਹੈ, ਕਾਰਜਕੁਸ਼ਲ ਬਣਾਉਣ ਦੀ ਲੋੜ ਹੈ ਜੀ, ਜਿਸ ਵੱਲ ਅਸੀਂ ਧਿਆਨ ਨਹੀਂ ਦਿੱਤਾ। ਪਰ ਇਹ ਪ੍ਰਾਈਵੇਟ ਸੈਕਟਰ ਨਾਲੋਂ ਸਾਨੂੰ ਬਿਹਤਰ ਸੇਵਾਵਾਂ ਜਿਹੜੀਆਂ ਨੇ ਮੁਹੱਈਆ ਕਰ ਸਕਦਾ ਜੇ ਅਸੀਂ ਇਹਦੀ ਕਾਰਜਕੁਸ਼ਲਤਾ ਨੂੰ ਬਿਹਤਰ ਬਣਾਉਣ ਵੱਲ ਧਿਆਨ ਦਈਏ। ਇਹ ਪ੍ਰਾਈਵੇਟ ਸੈਕਟਰ ਇਸ ਦੇ ਮੁਕਾਬਲੇ 'ਚ ਕਿਤੇ ਵੀ ਸਟੈਂਡ ਨਹੀਂ ਕਰ ਸਕਦਾ, ਕਿਉਂਕਿ ਉਹਨੇ ਉਹਨਾਂ ਲੋਕਾਂ ਨੂੰ ਸਰਵਿਸ ਦੇਣੀ ਹੈ ਜਿਨ੍ਹਾਂ ਕੋਲੇ ਪੈਸਾ ਹੈ, ਤੇ ਜਿਨ੍ਹਾਂ ਕੋਲੇ ਪੈਸਾ ਨਹੀਂ ਹੈ ਉਹ ਕੀ ਕਰਨਗੇ ਜੀ। ਉਹਨਾਂ ਨੂੰ ਵੀ ਤੇ ਸਰਵਿਸਿਜ਼ ਚਾਹੀਦੀਆਂ ਨੇ ਨਾ। ਉਹ ਸਰਕਾਰੀ ਪਬਲਿਕ ਸੈਕਟਰ, ਕਿਉਂਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਸੰਵਿਧਾਨ ਦੇ ਮੁਤਾਬਕ ਲੋਕਾਂ ਨੂੰ ਉਹਨਾਂ ਦੀਆਂ ਮੁੱਢਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਦੇਣੀਆਂ, ਜਿਵੇਂ ਹੈਲਥ ਹੈ, ਐਜੂਕੇਸ਼ਨ ਹੈ, ਪਾਣੀ ਹੈ, ਸਫਾਈ ਹੈ, ਘਰ ਹੈ, ਰੋਟੀ ਹੈ। ਜੇ ਕੋਈ ਭੁੱਖਾ ਮਰਦਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਬਣਾਈ ਅਸੀਂ ਉਹਨੂੰ ਆਟਾ, ਦਾਲ ਇਹ ਸਾਰਾ ਮੁਹੱਈਆ ਕਰਦੇ ਹਾਂ। ਇਹ ਪਬਲਿਕ ਸੈਕਟਰ ਦੇ ਵਿੱਚ ਹੀ ਸੰਭਵ ਹੈ ਜੀ, ਸਰਕਾਰੀ ਸੈਕਟਰ ਦੇ ਵਿੱਚ ਹੀ ਸੰਭਵ ਹੈ, ਪ੍ਰਾਈਵੇਟ ਸੈਕਟਰ ਦੇ ਵਿੱਚ ਸੰਭਵ ਨਹੀਂ ਹੈ। ਜਿਹਦੀ ਜੇਬ 'ਚ ਪੈਸੇ ਹੋਣਗੇ ਉਹ ਖਰੀਦ ਲਿਆਏਗਾ, ਜਿਹਦੇ ਕੋਲੇ ਪੈਸੇ ਨਹੀਂ ਉਹ ਭੁੱਖਾ ਮਰੇਗਾ। ਪਰ ਇਹ ਤੇ ਹਿਊਮਨ ਰਾਈਟਸ ਵਾਲੀ ਗੱਲ ਨਾ ਹੋਈ, ਇਹ ਤੇ ਚੰਗੀ ਗੱਲ ਨਾ ਹੋਈ ਜੀ। ਇਸੇ ਕਰਕੇ ਜਿਹੜਾ ਸਰਮਾਏਦਾਰੀ ਸਿਸਟਮ ਆ ਇਹਨੂੰ ਤੋੜ ਕੇ ਜੀ ਇੱਕ ਬਿਹਤਰ ਸਮਾਜਵਾਦੀ ਸਿਸਟਮ ਇੱਥੇ ਬਣਾਉਣ ਦੀ ਜ਼ਰੂਰਤ ਹੈ, ਜਿਹਦੇ ਲਈ ਸਾਨੂੰ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗ ਜੇ, ਲੱਗੇਗਾ ਵੀ ਲੰਬਾ ਸਮਾਂ। ਇਹਦੇ ਲਈ ਲੋਕਾਂ ਨੂੰ ਆਰਗੇਨਾਈਜ਼ ਹੋ ਕੇ ਇਹਦੇ ਲਈ ਸੋਚ ਵਿਚਾਰ ਕਰਨਾ ਚਾਹੀਦਾ, ਇਹਦੇ ਲਈ ਸੰਵਾਦ ਰਚਾਉਣਾ ਚਾਹੀਦਾ। ਸਾਡੀ ਸਮਤਾ ਮਿਸ਼ਨ ਵੀ ਇਹੀ ਕੰਮ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ, ਉਹਦਾ ਇਹੀ ਉਦੇਸ਼ ਹੈ ਜੀ। ਸੋ ਕ੍ਰਿਸ਼ਨ ਚੰਦ ਜੀ, ਤੁਸੀਂ ਸਾਡੇ ਸਟੂਡੀਓ 'ਚ ਆਏ ਤੇ ਬੜੀ ਬੇਬਾਕੀ ਨਾਲ ਜਿਹੜੇ ਕਿ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸਾਡੇ ਸਟੂਡੀਓ 'ਚ ਚਰਚਾ ਲਈ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਮੇਰਾ ਤੁਹਾਡੇ ਦਰਸ਼ਕਾਂ ਨੂੰ ਵੀ ਧੰਨਵਾਦ ਜਿਹੜੇ ਮੈਨੂੰ ਸੁਣ ਕੇ ਜੇ ਉਹ ਆਪਣੀ ਓਪੀਨੀਅਨ ਭੇਜਣ ਤਾਂ ਮੈਂ ਬੜਾ ਖੁਸ਼ ਹੋਵਾਂਗਾ, ਤੇ ਅੱਗੇ ਨੂੰ ਆਪਣੇ ਆਪ ਨੂੰ ਹੋਰ ਵੱਧ ਤਿਆਰ ਕਰਕੇ
ਜੀ ਸੋਚ ਸਮਝ ਕੇ ਆਪਣੀ ਗੱਲ ਹੈ ਜਿਹੜੀ ਕਹਿਣ ਦੇ ਕਾਬਿਲ ਹੋ ਸਕਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਦੋਸਤੋ, ਇਹ ਸੀ ਕ੍ਰਿਸ਼ਨ ਚੰਦ ਜੀ, ਜਿਨ੍ਹਾਂ ਨੇ ਕਿ ਜਮਹੂਰੀਅਤ ਦੇ ਅਸਲ ਮਾਇਨੇ ਦੱਸਦੇ ਹੋਏ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਿਸਟਮ ਚੇਂਜ ਕਰਨ ਨਾਲ ਹੀ ਜਿਹੜਾ ਕਿ ਅਸੀਂ ਆਪਣੇ ਹੱਕ ਪ੍ਰਾਪਤ ਕਰ ਸਕਦੇ ਹਾਂ। ਅਸਲੀ ਜਮਹੂਰੀਅਤ ਹੈ ਜਿਹੜੀ ਸਰਮਾਏਦਾਰੀ ਸਿਸਟਮ ਨੂੰ ਕਿਵੇਂ ਤੋੜ ਕੇ ਅਸੀਂ ਜਿਹੜਾ ਕਿ ਲੋਕਾਂ ਦੇ ਹੱਕਾਂ ਦੀ ਗੱਲ ਕਰ ਸਕਦੇ ਹਾਂ, ਲੋਕਾਂ ਦੀ ਆਪਣੀ ਗੱਲ ਕਰ ਸਕਦੇ ਹਾਂ। ਤੁਹਾਨੂੰ ਇਹ ਅੱਜ ਦੀ ਸਾਡੀ ਜਿਹੜੀ ਚਰਚਾ ਕਿਵੇਂ ਲੱਗੀ, ਤੁਸੀਂ ਆਪਣੀ ਜਿਹੜੀ ਰਾਏ ਆ ਕਮੈਂਟ ਬਾਕਸ 'ਚ ਦੇਣਾ ਨਾ ਭੁੱਲਿਓ। ਜੁੜੇ ਰਹੋ ਪੁਆਧੀ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।